ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਜਿਵੇਂ ਆਪ ਸੰਗਤਾਂ ਜਾਣਦੀਆਂ ਕਿ ਮਹਾਂਪੁਰਖਾਂ ਦੇ ਪਿਤਾ ਦਾ ਨਾਂ ਸੀ ਸਰਦਾਰ ਨਰੈਣ ਸਿੰਘ ਅਤੇ ਮਾਤਾ ਜੀ ਦਾ ਨਾਮ ਸੀ ਰਾਜ ਕੌਰ। ਸੋ ਮਹਾਂਪੁਰਖਾਂ ਦਾ ਪਿੰਡ ਜਿਹੜਾ ਸੀ ਇਹ ਲੰਗੇਰੀ ਸੀਗਾ। ਅਗਰ ਆਪਾਂ ਲੰਗੇਰੀ ਦਾ ਥੋੜ੍ਹਾ ਜਿਹਾ ਪਿਛੋਕੜ ਦੇਖੀਏ ਹੈ ਨਾ, ਫਿਰ ਸਾਨੂੰ ਪਤਾ ਲੱਗਦਾ ਹੈਗਾ ਕਿ ਜਦੋਂ ਦਸ਼ਮੇਸ਼ ਪਿਤਾ ਜੀ ਆਪਣੇ ਸਮੇਂ ਦੇ ਵਿੱਚ ਜਦ ਜਗ ਦੇ ਉਧਾਰ ਵਾਸਤੇ ਇਸ ਸੰਸਾਰ ਦੇ ਵਿੱਚ ਆਏ ਸੀ, ਸੋ ਜਦੋਂ ਮਹਾਂਪੁਰਖ ਅਨੰਦਪੁਰ ਸਾਹਿਬ ਰਹਿਣ ਲੱਗੇ ਸੀਗੇ ਉਸ ਟਾਈਮ ਹੈ ਨਾ ਇੱਕ ਨਾ ਭਾਈ ਕੋਮਾ ਸਿੰਘ ਹੋਇਆ। ਇਹ ਜਿਹੜੇ ਭਾਈ ਕੋਮਾ ਸਿੰਘ ਸੀਗੇ ਇਹ ਮਹਾਂਪੁਰਖਾਂ ਦੇ ਲਾਂਗਰੀ ਹੋਏ ਆ, ਇੱਕ ਲੰਗਰ ਦੇ ਇੰਚਾਰਜ ਸੀਗੇ। ਸੋ ਭਾਈ ਕੋਮਾ ਸਿੰਘ ਜਿਹੜੇ ਸੀਗੇ ਇਹ ਬਹੁਤ ਗੁਰਸਿੱਖ ਪ੍ਰੇਮੀ ਹੋਏ, ਬੜੇ ਨਾਮ ਰਸੀ ਹੋਏ, ਬੜੇ ਭਜਨੀਕ ਹੋਏ। ਉਹ ਦੂਸਰੀ ਗੱਲ ਸੀ ਸ਼ੁਭ ਗੁਣਾਂ ਦੇ ਧਾਰਨੀ ਹੋਣ ਦੇ ਬਾਵਜੂਦ ਵੀ ਮਹਾਨ ਯੋਧੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ। ਸੋ ਜਦ ਇਹ ਸੰਗਤ ਦੀ ਸੇਵਾ ਜਿਹੜੀ ਸੀ ਬੜੀ ਲਗਨ ਤੇ ਪ੍ਰੇਮ ਨਾਲ ਕਰਦੇ ਹੁੰਦੇ ਸੀ ਅਤੇ ਕਈ ਸੰਗਤਾਂ ਦੇ ਪ੍ਰੇਮੀ ਇਹਨਾਂ ਦੀ ਸਿਫਤ ਕਲਗੀਧਰ ਮਹਾਰਾਜ ਦੇ ਕੋਲ ਜਾ ਕੇ ਕਰਦੇ ਹੁੰਦੇ ਸੀ। ਜਦ ਸਿਫਤ ਕਰਦੇ ਹੁੰਦੇ ਸੀ ਇੱਕ ਦਿਨ ਦਸ਼ਮੇਸ਼ ਪਿਤਾ ਜੀ ਨੇ ਭਾਈ ਕੋਮਾ ਜੀ ਨੂੰ ਆਪਣੇ ਪਾਸ ਬੁਲਾਇਆ ਅਤੇ ਇਹ ਪੁੱਛਿਆ ਕਿ ਪੁਰਖਾ ਸਾਨੂੰ ਇਹ ਦੱਸ ਵੀ ਤੇਰਾ ਇਲਾਕਾ ਕਿਹੜਾ, ਤੇਰਾ ਪਿੰਡ ਕਿਹੜਾ ਹੈਗਾ। ਫਿਰ ਭਾਈ ਕੋਮਾ ਜੀ ਨੇ ਜਿਹੜਾ ਆਪਣਾ ਪਿੰਡ ਸੀ ਨਾ ਸਕਰੂਲੀ ਦੱਸਿਆ ਸੀ, ਮਹਿਲਪੁਰ ਦੇ ਨੇੜੇ। ਜਦ ਇੰਨੀ ਗੱਲ ਹੋਈ ਫਿਰ ਦਸ਼ਮੇਸ਼ ਪਿਤਾ ਜੀ ਨੇ ਆਖਿਆ ਸੀਗਾ ਵੀ ਚੱਲ ਠੀਕ ਆ, ਪਰ ਸਾਡੀ ਇੱਛਾ ਹੈ ਕਿ ਤੂੰ ਆਪਣੇ ਨਾਂ ਦੇ ਉੱਤੇ ਹੈ ਨਾ ਇੱਕ ਨਵਾਂ ਪਿੰਡ ਵਸਾ। ਜਦ ਇਹ ਜਿਹੜੇ ਵਚਨ ਸੀਗੇ ਦਸ਼ਮੇਸ਼ ਪਿਤਾ ਨੇ ਕੀਤਾ ਅਤੇ ਨਾਲ ਇਹ ਵੀ ਕੀਤਾ ਹੈਗਾ ਕਿ ਅਗਰ ਤੂੰ ਨਵਾਂ ਪਿੰਡ ਵਸਾਊਂਗਾ ਤਾਂ ਫਿਰ ਭਾਈ ਅਸੀਂ ਤੇਰੇ ਨਾਲ ਹਮੇਸ਼ਾ ਅੰਗ ਸੰਗ ਹੋਵਾਂਗੇ ਅਤੇ ਸਾਡੀਆਂ ਸੀਸਾਂ ਤੇਰੇ ਨਾਲ ਹਮੇਸ਼ਾ ਰਹਿਣਗੀਆਂ। ਅਤੇ ਇਸ ਨਗਰ ਦੇ ਵਿੱਚ ਜਿੰਨੇ ਵੀ ਲੋਕ ਹੋਣਗੇ ਚੜ੍ਹਦੀਆਂ ਕਲਾ 'ਚ ਹੋਣਗੇ, ਔਰ ਜਿੰਨੇ ਵੀ ਇੱਥੇ ਨਗਰ ਦੇ ਵਿੱਚ ਪੈਦਾ ਹੋਣਗੇ ਉਹ ਯੋਧੇ ਸੂਰਬੀਰ ਦੇਸ਼ ਭਗਤ ਦੇ ਨਾਮ ਰਸੇ ਸੰਤ ਹੋਣਗੇ। ਜਦ ਇਸ ਤਰ੍ਹਾਂ ਦੇ ਜਿਹੜੇ ਵਰਦਾਨ ਸੀ ਦਸ਼ਮੇਸ਼ ਪਿਤਾ ਜੀ ਨੇ ਭਾਈ ਕੋਮਾ ਜੀ ਨੂੰ ਦਿੱਤੇ ਸੀ ਅਤੇ ਫਿਰ ਭਾਈ ਕੋਮਾ ਜੀ ਨੇ ਜਿਹੜਾ ਨਾ 7 ਵਚਨ ਆਖਿਆ ਸੀਗਾ। 7 ਵਚਨ ਆਖਣ ਤੋਂ ਬਾਅਦ ਜਦੋਂ ਫਿਰ ਭਾਈ ਕੋਮਾ ਜੀ ਜਿਹੜੇ ਸੀਗੇ ਉਹ ਇਸ ਇਲਾਕੇ 'ਚ ਆਏ ਆ ਅਤੇ ਜਦ ਇਹਨਾਂ ਨੇ ਇਹ ਜਿਹੜਾ ਨਗਰ ਵਸਾਇਆ ਸੀਗਾ, ਪਰ ਇਹ ਨਗਰ ਆਪਣੇ ਨਾਮ 'ਤੇ ਭਾਈ ਕੋਮਾ ਜੀ ਨੇ ਨਹੀਂ ਸੀ ਵਸਾਇਆ, ਕਿਉਂਕਿ ਭਾਈ ਕੋਮਾ ਜੀ ਬੜੇ ਦੂਰ ਅੰਦੇਸ਼ੀ ਵਾਲੇ ਸੀਗੇ। ਅਤੇ ਇਹਨਾਂ ਨੇ ਇਹ ਜਿਹੜਾ ਨਗਰ ਸੀਗਾ ਇਹ ਇਸ ਦਾ ਨਾਂ ਲੰਗੇਰੀ ਇਸ ਕਰਕੇ ਰੱਖਿਆ ਸੀਗਾ ਕਿ ਇਹ ਦਸ਼ਮੇਸ਼ ਪਿਤਾ ਦੇ ਲਾਂਗਰੀ ਸੀਗੇ ਅਤੇ ਲਾਂਗਰੀ ਹੋਣ ਤੋਂ ਬਾਅਦ ਇਹਨਾਂ ਨੇ ਇਸ ਪਿੰਡ ਦਾ ਨਾਮ ਫਿਰ ਲੰਗੇਰੀ ਰੱਖ ਦਿੱਤਾ ਸੀਗਾ। ਸੋ ਜਦੋਂ ਪਿੰਡ ਜਿਹੜਾ ਲੰਗੇਰੀ ਹੋਇਆ ਸੀਗਾ ਵਾਕਿਆ ਦਸ਼ਮੇਸ਼ ਪਿਤਾ ਦੇ ਬਚਨ ਸੱਤ ਹੋਏ। ਪਿੰਡ ਦੇ ਵਿੱਚ ਬੜੀ ਚੜ੍ਹਦੀ ਕਲਾ ਹੋਈ, ਬੜੇ ਸੂਰਬੀਰ ਯੋਧੇ ਇਸ ਪਿੰਡ ਦੇ ਵਿੱਚ ਪੈਦਾ ਹੋਏ ਸਮਾਂ ਪਾ ਕੇ, ਔਰ ਕਈ ਸੰਤ ਮਹਾਂਪੁਰਖ ਨਾਮ ਰਸੀ ਵੀ ਇਸ ਇਲਾਕੇ ਵਿੱਚ ਹੋਏ ਆ। ਅਤੇ ਇਸੇ ਹੀ ਪਿੰਡ ਦੇ ਵਿੱਚ ਫਿਰ ਜਿਹੜੀ ਮਹਾਂਪੁਰਖਾਂ ਦੇ ਮਾਤਾ ਜੀ ਮਾਤਾ ਰਾਜ ਕੌਰ ਜੀ ਅਤੇ ਇਹਨਾਂ ਦੇ ਪਿਤਾ ਸਰਦਾਰ ਨਰੈਣ ਸਿੰਘ ਇਸੇ ਹੀ ਲੰਗੇਰੀ ਪਿੰਡ ਦੇ ਨਿਵਾਸੀ ਹੋਏ ਆ। ਜਦੋਂ ਲੰਗੇਰੀ ਪਿੰਡ ਰਹਿੰਦੇ ਹੁੰਦੇ ਸੀ ਮਹਾਂਪੁਰਖ ਅਤੇ ਉਸ ਟਾਈਮ ਫਿਰ ਮਹਾਂਪੁਰਖਾਂ ਦੀਆਂ ਜਿਹੜੀਆਂ ਸੀ 7 ਭੈਣਾਂ ਸੀਗੀਆਂ। ਜਦ 7 ਭੈਣਾਂ ਸੀਗੀਆਂ, ਹੁਣ ਦੇਖੋ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਪੁੱਤਰੀ ਗੰਢ ਪਵੇ ਸੰਸਾਰ, ਕਿਉਂਕਿ ਪੁੱਤਰਾਂ ਤੋਂ ਬਿਨਾਂ ਜਿਹੜੇ ਸੰਸਾਰ ਦੀ ਗੰਢ ਨਹੀਂ ਪੈਂਦੀ ਹੈਗੀ। ਅਤੇ ਇਸ ਕਰਕੇ ਇਹਨਾਂ ਦੀ ਮਾਂ ਦੀ ਇੱਛਾ ਸੀਗੀ ਕਿ ਮੇਰੇ ਘਰ ਦੇ ਵਿੱਚ ਇੱਕ ਪੁੱਤਰ ਜ਼ਰੂਰ ਹੋਣਾ ਚਾਹੀਦਾ ਹੈਗਾ। ਸੋ ਇਸ ਕਰਕੇ ਇਹਨਾਂ ਦੇ ਮਾਤਾ ਜਿੱਥੇ ਨਾਮ ਭਜਨ ਸਿਮਰਨ ਕਰਦੇ ਸੀ ਉੱਥੇ ਅਰਦਾਸਾਂ ਵੀ ਕਰਦੇ ਸੀ। ਜਦ ਅਰਦਾਸਾਂ ਕਰਦੇ ਸੀ ਨੇਕ ਨੀਤ ਨਾਲ ਇੱਕ ਵਾਰੀ ਐਸਾ ਹੋਇਆ ਕਿ ਇੱਕ ਹੈ ਨਾ ਜੋਗੀ ਬਾਬਾ ਕਾਹਨਦਾਸ ਜਿਹੜੇ ਸੀਗੇ ਉਹ ਕਿਤੇ ਆਪਣੀ ਮੌਜ 'ਚ ਫਿਰਦੇ ਹਨ, ਇਹਨਾਂ ਦੇ ਘਰ ਆ ਗਏ। ਜਦ ਇਹਨਾਂ ਦੇ ਘਰ ਆ ਗਏ ਅਤੇ ਫਿਰ ਬਾਬਾ ਕਾਹਨਦਾਸ ਜੀ ਨੇ ਜਦ ਪ੍ਰਸ਼ਾਦੇ ਦੀ ਮੰਗ ਕੀਤੀ, ਇਹਨਾਂ ਦੇ ਮਾਤਾ ਜੀ ਬੜੇ ਪ੍ਰਸੰਨ ਹੋਏ ਅਤੇ ਬਾਬਾ ਕਾਹਨਦਾਸ ਜੀ ਨੂੰ ਹੈ ਨਾ ਬੜੇ ਪਿਆਰ ਸਤਿਕਾਰ ਨਾਲ ਅੰਦਰ ਬੁਲਾ ਕੇ ਅਤੇ ਬੜੇ ਪ੍ਰੇਮ ਦੇ ਨਾਲ ਪਹਿਲਾਂ ਤਾਂ ਲੱਸੀ ਅਤੇ ਮੱਖਣ ਛਕਾਇਆ। ਉਸ ਤੋਂ ਬਾਅਦ ਫਿਰ ਆਪਣੀਆਂ ਬੇਟੀਆਂ ਦੇ ਨਾਲ ਮਾਤਾ ਜੀ ਨੇ ਪ੍ਰਸ਼ਾਦਾ ਤਿਆਰ ਕੀਤਾ ਅਤੇ ਮਹਾਂਪੁਰਖਾਂ ਨੂੰ ਛਕਾਇਆ। ਉਸ ਤੋਂ ਬਾਅਦ ਇੱਕ ਮੰਜਾ ਡਾਇਆ ਅਤੇ ਮਹਾਂਪੁਰਖ ਜਦ ਮੰਜੇ 'ਤੇ ਆਰਾਮ ਕਰਨ ਲੱਗੇ ਤਾਂ ਆਪ ਇਹਨਾਂ ਦੇ ਮਾਤਾ ਜੀ ਰਾਜ ਕੌਰ ਜਿਹੜੀ ਸੀ ਪੱਖਾ ਕਰਨ ਲੱਗ ਪਏ ਸੀ। ਜਦ ਪੱਖਾ ਕਰਨ ਲੱਗ ਪਏ, ਪੱਖਾ ਕਰਨ ਤੋਂ ਬਾਅਦ ਮਹਾਂਪੁਰਖ ਜਿਹੜੇ ਸੀਗੇ 2-2.5 ਘੰਟੇ ਆਰਾਮ ਕਰਨ ਤੋਂ ਬਾਅਦ ਜਦ ਜਾਣ ਲੱਗੇ ਅਤੇ ਇਹਨਾਂ ਦੀ ਮਾਤਾ ਜੀ ਨੇ ਫਿਰ ਸ਼ਰਧਾਈ ਜਿਹੜੀ ਸੀਗੀ ਉਹਨਾਂ ਮਹਾਂਪੁਰਖਾਂ ਨੂੰ ਜਦ ਬਾਬਾ ਕਾਹਨਦਾਸ ਜੀ ਨੂੰ ਪਿਲਾਈ ਸੀ, ਜਦ ਸ਼ਰਧਾਈ ਪੀਤੀ ਤਾਂ ਬਾਬਾ ਜੀ ਬੜੇ ਪ੍ਰਸੰਨ ਹੋ ਗਏ। ਅਤੇ ਫਿਰ ਇਹਨਾਂ ਦੀ ਮਾਤਾ ਰਾਜ ਕੌਰ ਜੀ ਨੂੰ ਮਹਾਂਪੁਰਖਾਂ ਨੇ ਆਖਿਆ ਸੀਗਾ ਕਿ ਇਸ ਘਰ ਦੇ ਵਿੱਚ ਕੇਵਲ ਅਤੇ ਕੇਵਲ ਸਾਨੂੰ ਬੇਟੀਆਂ ਹੀ ਨਜ਼ਰ ਆਉਂਦੀਆਂ, ਭੁਜੰਗੀ ਕੋਈ ਨਜ਼ਰ ਨਹੀਂ ਹੋਇਆ। ਅਤੇ ਉਹ ਭੁਜੰਗੀ ਕਿੱਧਰ ਵਾ? ਜਦ ਇੰਨੀ ਗੱਲ ਹੋਈ ਤਾਂ ਫਿਰ ਮਾਤਾ ਰਾਜ ਕੌਰ ਦੀਆਂ ਅੱਖਾਂ ਭਰ ਗਈਆਂ ਸੀ, ਕਹਿਣ ਲੱਗੇ ਵੀ ਸਾਡੇ ਘਰ ਦੇ ਵਿੱਚ ਸੁੱਖ ਦੇ ਨਾਲ 7 ਧੀਆਂ ਹੈਗੀਆਂ, ਪਰ ਕੋਈ ਵੀ ਜਿਹੜਾ ਹੈ ਨਾ ਉਹ ਬੇਟਾ ਨਹੀਂ ਹੈਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਜਿਹੜੇ ਸੀ ਉਹ ਮਹਾਂਪੁਰਖ ਬਾਬਾ ਕਾਹਨਦਾਸ ਜੀ ਕੁਛ ਟਾਈਮ ਚੁੱਪ ਕਰ ਗਏ। ਚੁੱਪ ਕਰਨ ਤੋਂ ਬਾਅਦ ਫਿਰ ਕਹਿਣ ਲੱਗੇ ਮਾਤਾ ਜੀ ਵੀ ਦਰਅਸਲ ਗੱਲ ਲਿਖਿਆ ਸਾਡਾ ਚਿੱਤ ਕਰਦਾ ਹੈਗਾ ਵੀ ਤੁਹਾਡੇ ਘਰ ਦੇ ਵਿੱਚ ਕੋਈ ਬਾਲ ਖੇਡੇ, ਪਰ
ਕੀ ਕਰੀਏ ਕਿ ਤੁਹਾਡੇ ਕਰਮਾਂ ਦੇ ਵਿੱਚ ਪੁੱਤਰ ਦੀ ਔਲਾਦ ਹੀ ਨਹੀਂ ਹੈ। ਜਦ ਇੰਨੀ ਗੱਲ ਹੋਈ ਤੇ ਇਹਨਾਂ ਦੇ ਮਾਤਾ ਜੀ ਚੁੱਪ ਰਹੇ, ਪਰ ਇਹਨਾਂ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਮਹਾਂਪੁਰਖ ਕਹਿਣ ਲੱਗੇ ਚਾਹੇ ਔਲਾਦ ਨਹੀਂ ਆ ਫਿਰ ਵੀ ਅਸੀਂ ਜਿਹੜਾ ਹੈ ਨਾ ਉਹ ਅਰਦਾਸ ਕਰਦੇ ਹਾਂ ਕਿ ਤੁਹਾਡੇ ਘਰ ਦੇ ਵਿੱਚ ਪੁੱਤਰ ਖੇਡਣਗੇ। ਉਸ ਤੋਂ ਬਾਅਦ ਦੇਖੋ ਬਾਬਾ ਕਾਨਦਾਸ ਜੀ ਅਰਦਾਸ ਕਰਕੇ ਚਲੇ ਗਏ। ਜਦ ਅਰਦਾਸ ਕਰਕੇ ਚਲੇ ਗਏ ਤੇ ਅਰਦਾਸ ਕਰਨ ਤੋਂ ਬਾਅਦ ਫਿਰ ਬਾਬਾ ਜੀ ਨੇ ਆਖਿਆ ਸੀਗਾ ਕਿ ਭਾਈ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਤੁਹਾਡੇ ਔਲਾਦ ਦੇ ਜਿਹੜੇ ਪੁਰਖੇ ਸੀ ਬਾਬਾ ਕੋਮਾ ਸਿੰਘ ਜੀ, ਉਹਨਾਂ ਨੂੰ ਇਹ ਵਚਨ ਦਿੱਤਾ ਸੀ ਕਿ ਤੇਰੀ ਕੁਲ ਦੇ ਵਿੱਚੋਂ ਕੋਈ ਮਹਾਂਪੁਰਖ ਆਉਣਗੇ ਤਾਂ ਉਹ ਸੰਸਾਰ ਦਾ ਭਲਾ ਕਰਨਗੇ। ਸੋ ਸਮਾਂ ਆ ਗਿਆ ਹੈਗਾ ਜਦੋਂ ਤੁਹਾਡੇ ਘਰ ਦੇ ਵਿੱਚ ਕੋਈ ਐਸੀ ਰੂਹ ਆਊਗੀ ਜਿਹੜੀ ਸੰਸਾਰ ਦਾ ਪੂਰਾ ਭਲਾ ਕਰੂਗੀ। ਇਹ ਵਚਨ ਕਰਕੇ ਨਾ ਫਿਰ ਬਾਬਾ ਕਾਨਦਾਸ ਜੀ ਜਿਹੜੇ ਸੀ ਉੱਥੋਂ ਚਲੇ ਗਏ ਸੀ। ਪਰ ਦੇਖੋ ਉਸ ਤੋਂ ਬਾਅਦ ਫਿਰ ਮਾਤਾ ਜੀ ਦੇ ਆਸ ਬੱਝੀ ਸੀਗੀ। ਜਦ ਆਸ ਬੱਝੀ ਤਾਂ ਫਿਰ ਪਹਿਲਾ ਪੁੱਤਰ ਜਿਹੜਾ ਸੀ ਨਾ ਜਦੋਂ ਮਾਤਾ ਜੀ ਦੇ ਹੋਇਆ ਸੀ ਤੇ ਉਹਦਾ ਨਾਂ ਫਿਰ ਹੈ ਨਾ ਇਹਨਾਂ ਨੇ ਅਛਰ ਸਿੰਘ ਰੱਖਿਆ ਸੀਗਾ। ਫਿਰ ਜਦ ਅਛਰ ਸਿੰਘ ਰੱਖਿਆ, ਹੁਣ 7 ਭੈਣਾਂ ਦੇ ਵਿੱਚ ਖੁਸ਼ੀ ਦੀ ਹੱਦ ਨਹੀਂ ਰਹੀ, ਕਿਉਂਕਿ 7 ਭੈਣਾਂ ਤੋਂ ਬਾਅਦ ਇੱਕ ਵੀਰਾ ਭਾਈ ਅਛਰ ਸਿੰਘ ਜਿਹੜਾ ਸੀਗਾ ਉਹ ਭੈਣਾਂ ਨੂੰ ਮਿਲਿਆ, ਪ੍ਰਾਪਤ ਹੋਇਆ। ਸੋ ਭੈਣਾਂ ਜਿਹੜੀਆਂ ਸੀ ਹਰ ਟਾਈਮ ਜਿਹੜੇ ਅਛਰ ਸਿੰਘ ਸੀ ਇਹਨਾਂ ਨੂੰ ਚੱਕੀ ਰੱਖਦੀਆਂ ਸੀ, ਬੜਾ ਲਾਡ ਪਿਆਰ ਕਰਦੀਆਂ ਸੀਗੀਆਂ। ਪਰ ਜਦ 3 ਸਾਲ ਬਾਅਦ ਮਾਤਾ ਜੀ ਦੀ ਕੁੱਖ ਜਿਹੜੀ ਸੀ ਦੁਬਾਰਾ ਫਿਰ ਹਰੀ ਹੋਈ ਆ, ਉਹ 3 ਸਾਲਾਂ ਤੋਂ ਬਾਅਦ ਇੱਕ ਨਾ ਫਿਰ ਸੁਪਨਾ ਮਾਤਾ ਜੀ ਨੂੰ ਆਇਆ। ਉਹ ਸੁਪਨਾ ਆਇਆ, ਉਹਦੇ ਵਿੱਚ ਫਿਰ ਮਾਤਾ ਜੀ ਨੂੰ ਇਹ ਗੈਵੀ ਆਵਾਜ਼ ਜਿਹੜੀ ਸੀ ਉਹ ਦਸ਼ਮੇਸ਼ ਪਿਤਾ 'ਤੇ ਆਈ ਸੀ ਕਿ ਅਸੀਂ ਤੁਹਾਡੇ ਘਰ ਦੇ ਵਿੱਚ ਇੱਕ ਮਹਾਨ ਤਪਸਵੀ ਸਾਧੂ ਮਹਾਤਮਾ ਜਿਹੜੇ ਉਹ ਭੇਜ ਰਹੇ ਹਾਂ, ਅਤੇ ਉਹ ਜਿਹੜੇ ਮਹਾਤਮਾ ਹੈਗੇ ਕੁੱਲ ਸੰਸਾਰ ਦਾ ਭਲਾ ਕਰਨਗੇ। ਜਦ ਇਹ ਸੁਪਨਾ ਜਿਹੜਾ ਰਾਜ ਕੌਰ ਨੇ ਦੇਖਿਆ ਤੇ ਬੜੇ ਹੈਰਾਨ ਰਹਿ ਗਏ। ਉਹਨਾਂ ਨੇ ਆਪਣੇ ਪਤੀ ਦੇ ਨਾਲ ਸਰਦਾਰ ਨਰੈਣ ਸਿੰਘ ਨਾਲ ਜਦ ਇਹ ਸੁਪਨਾ ਜਿਹੜਾ ਸੀਗਾ ਉਹ ਸਾਂਝਾ ਕੀਤਾ ਤੇ ਨਰੈਣ ਸਿੰਘ ਹੀ ਆਖਣ ਲੱਗੇ ਇਹੋ ਹੀ ਸੁਪਨਾ ਮੈਨੂੰ ਆਇਆ ਹੈਗਾ। ਪਰ ਉਸ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਦਾ ਜਿਹੜਾ ਸੀਗਾ ਇਸ ਘਰ ਦੇ ਵਿੱਚ ਫਿਰ ਅਵਤਾਰ ਹੋਇਆ ਸੀਗਾ। ਜਦ ਅਵਤਾਰ ਹੋਇਆ ਸੀਗਾ ਫਿਰ ਜਿਹੜਾ ਸੀਗਾ ਇਹਨਾਂ ਨੇ ਗੁਰਦੁਆਰੇ ਸਾਹਿਬ ਜਾ ਕੇ ਜਦੋਂ ਵਾਕ ਲਿਆ ਸੀਗਾ ਨਾਮ ਕਢਾਉਣ ਵਾਸਤੇ, ਉਸ ਟਾਈਮ ਫਿਰ ਜਿਹੜਾ ਨਾ ਵਾਕ ਆਇਆ ਸੀਗਾ ਉਹ ਇਹ ਆਇਆ ਸੀ ਕਿ ਜੈ ਜੈ ਪੇਖੋਂ ਤੈ ਹਦੂਰ ਦੂਰ ਕਤ ਹੁਣ ਨਾ ਜਾਈ। ਸੋ ਇਸ ਕਰਕੇ ਜੱਜਾ ਖਰਾਉਣ ਦੇ ਨਾਲ ਫਿਰ ਇਹਨਾਂ ਦਾ ਨਾਮ ਫਿਰ ਬਾਬਾ ਜਵਾਲਾ ਸਿੰਘ ਜਿਹੜਾ ਸੀ ਕਰਕੇ ਪ੍ਰਸਿੱਧ ਹੋਇਆ, ਨਾਂ ਜਵਾਲਾ ਸਿੰਘ ਰੱਖਿਆ ਸੀਗਾ। ਸੋ ਇਸ ਤਰ੍ਹਾਂ ਘਰ ਦੇ ਵਿੱਚ ਰੌਣਕਾਂ ਹੋਈਆਂ। ਉਸ ਤੋਂ ਬਾਅਦ ਫਿਰ ਇਹਨਾਂ ਦੀ ਮਾਤਾ ਦੀ ਗੋਦ ਜਦ ਤੀਸਰੀ ਵਾਰ ਫਿਰ ਹਰੀ ਹੋਈ ਸੀ, ਉਸ ਤੋਂ ਬਾਅਦ ਫਿਰ ਤੀਸਰਾ ਲੜਕਾ ਜਿਹੜਾ ਸੀਗਾ ਇਹਨਾਂ ਦੇ ਘਰ ਫਿਰ ਜਿਹੜਾ ਸੀਗਾ ਉਹ ਪੈਦਾ ਹੋਇਆ। ਜਦੋਂ ਤੀਸਰਾ ਜਿਹੜਾ ਲੜਕਾ ਪੈਦਾ ਹੋਇਆ ਸੀਗਾ ਤੇ ਉਹਦਾ ਨਾਂ ਫਿਰ ਜਿਹੜਾ ਸੀਗਾ ਘਰਦਿਆਂ ਨੇ ਦਇਆ ਸਿੰਘ ਰੱਖਿਆ ਸੀਗਾ। ਇਹ ਜਿਹੜੇ ਦਇਆ ਸਿੰਘ ਸੀ ਇਹ ਵੀ ਜਿਹੜੇ ਸਮਾਂ ਪਾ ਕੇ ਸੂਰਬੀਰ ਯੋਧੇ ਤੇ ਬਹੁਤ ਉੱਚ ਗੁਣੀ ਗਿਆਨੀ ਹੋਏ ਆ। ਸੋ ਇਹ ਤਿੰਨੇ ਜਿਹੜੇ ਭਰਾ ਸੀਗੇ ਇਹ ਬੜੇ ਸੁੰਦਰ ਬਾਲਕ ਇਸ ਗ੍ਰਹਿ ਦੇ ਵਿੱਚ ਹੋਏ ਆ। ਇਸ ਗ੍ਰਹਿ ਦੇ ਵਿੱਚ ਰੌਣਕਾਂ ਲੱਗੀਆਂ। ਸੋ ਇਹ ਖੁਸ਼ੀਆਂ ਜਿਹੜੀਆਂ ਸੀਗੀਆਂ ਇਹ ਦਸ਼ਮੇਸ਼ ਪਿਤਾ ਨੇ ਭਾਈ ਕੋਮਾ ਸਿੰਘ ਦੀ ਕੁੱਲ ਦੇ ਵਿੱਚ ਬਖਸ਼ੀਆਂ ਸੀਗੀਆਂ। ਉਸ ਤੋਂ ਬਾਅਦ ਦੇਖੋ ਸਮਾਂ ਜਿਹੜਾ ਸੀ ਜਦ ਬੀਤਿਆ ਤੇ ਇੱਕ ਵਾਰੀ ਦੱਸਦੇ ਕਿ ਬਾਬਾ ਜਵਾਲਾ ਸਿੰਘ ਜਦ ਸਾਲ ਦੇ ਹੋਏ ਸੀ ਤੇ ਬਾਬਾ ਜਵਾਲਾ ਸਿੰਘ ਉਹਨਾਂ ਟਾਈਮਾਂ ਦੇ ਵਿੱਚ ਲੂਜ ਮੋਸ਼ਨ ਲੱਗੇ ਸੀ ਹਰੇ ਰੰਗ ਦੇ। ਜਦ ਹਰੇ ਰੰਗ ਦੇ ਲੱਗੇ ਸੀ ਤੇ ਇਹਨਾਂ ਦੀ ਮਾਤਾ ਜੀ ਦੀ ਤੇ ਇਹਨਾਂ ਦੇ ਪਿਤਾ ਜੀ ਨੇ ਆਲੇ ਦੁਆਲੇ ਜਿਹੜੇ ਵੈਦ ਹਕੀਮ ਸੀ ਉਹਨਾਂ ਤੋਂ ਦਵਾਈ ਲੈ ਕੇ ਇਹਨਾਂ ਦਾ ਇਲਾਜ ਕਰਾਇਆ, ਪਰ ਕੋਈ ਵੀ ਜਿਹੜਾ ਇਹਨਾਂ ਨੂੰ ਆਰਾਮ ਨਹੀਂ ਸੀ ਆਇਆ। ਉਸ ਤੋਂ ਬਾਅਦ ਇੱਕ ਨਾ ਮਾਲਪੁਰ ਵੈਦ ਹਕੀਮ ਸੀ ਬੜਾ ਪ੍ਰਸਿੱਧ। ਜਦ ਇਹਨਾਂ ਦੇ ਮਾਤਾ ਜੀ ਜਿਹੜੇ ਸੀਗੇ ਆਪਣੀ ਵੱਡੀ ਲੜਕੀ ਜਿਹਦਾ ਨਾਂ ਸੀਗੀ ਜੈ ਕੌਰ, ਉਹਨੂੰ ਲੈ ਕੇ ਜਦ ਹਕੀਮ ਦੇ ਪਾਸ ਗਏ ਆ, ਉਸ ਟਾਈਮ ਦੱਸਦੇ ਆ ਕਿ ਰਸਤੇ ਦੇ ਵਿੱਚ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੂੰ 3 ਲੂਜ ਮੋਸ਼ਨ ਆਏ ਸੀਗੇ ਤੇ ਇਹਨਾਂ ਦੇ ਕੱਪੜੇ ਖਰਾਬ ਹੋ ਗਏ ਸੀਗੇ। ਪਰ ਇਹਨਾਂ ਦੀ ਮਾਤਾ ਜਿਹੜੀ ਸੀਗੀ ਜਦ ਉਹ ਕੱਪੜੇ ਸਾਫ਼ ਕਰਨ ਵਾਸਤੇ ਇੱਕ ਲਾਗੇ ਖੂਹ ਸੀ, ਜਦ ਇਹ ਮਾਵਾਂ ਧੀਆਂ ਉਸ ਖੂਹ ਦੇ ਉੱਤੇ ਪਹੁੰਚੀਆਂ ਸੀ, ਜੋ ਕੱਪੜੇ ਸਾਫ਼ ਕੀਤੇ ਕੀ ਦੇਖਿਆ ਗਰਮੀਆਂ ਦੇ ਦਿਨ ਸੀਗੇ, ਉੱਥੇ ਇੱਕ ਬ੍ਰਾਹਮਣ ਆਇਆ ਸੀ ਜਿਹਨੇ ਮੱਥੇ 'ਤੇ ਤਿਲਕ ਲਾਇਆ ਸੀਗਾ। ਉਹ ਜਿਹੜਾ ਬ੍ਰਾਹਮਣ ਮੱਥੇ ਤਿਲਕ ਵਾਲਾ ਸੀ ਉਹਦੇ ਹੱਥ ਦੇ ਵਿੱਚ ਇੱਕ ਜੋਸ਼ ਦਾ ਗ੍ਰੰਥ ਸੀਗਾ। ਸੋ ਮਾਤਾ ਜੀ ਨੇ ਉਸ ਨੂੰ ਪੰਡਤ ਸਮਝ ਕੇ ਜਦ ਨਮਸਕਾਰ ਕੀਤੀ ਤਾਂ ਉਸ ਫਿਰ ਬ੍ਰਾਹਮਣ ਨੇ ਪੁੱਛਿਆ ਕਿ ਮਾਤਾ ਜੀ ਤੁਸੀਂ ਕਿਵੇਂ ਇਸ ਖੂਹ 'ਤੇ ਬੈਠੇ ਆ। ਫਿਰ ਬਾਬਾ ਜਵਾਲਾ ਸਿੰਘ ਨੇ ਮਾਤਾ ਨੇ ਦੱਸਿਆ ਸੀਗਾ ਕਿ ਮੇਰਾ ਇੱਕ ਬੱਚਾ ਹੈਗਾ, ਇਹਦੀ ਤਬੀਅਤ ਜਿਹੜੀ ਹੈ ਜ਼ਿਆਦਾ ਖਰਾਬ ਹੋ ਗਈ ਆ ਅਤੇ ਇਹਦਾ ਸਰੀਰ ਵੀ ਜਿਹੜਾ ਹੈ ਨਾ ਉਹ ਸੁੱਕ ਗਿਆ ਹੈਗਾ ਅਤੇ ਮੈਨੂੰ ਤਾਂ ਡਰ ਲੱਗਦਾ ਹੈਗਾ ਕਿਤੇ ਕੋਈ ਐਸਾ ਭਣਾ ਨਾ ਵਰਤ ਜਾਵੇ ਅਤੇ ਇਹਨਾਂ ਨੂੰ ਜਿਹੜੇ ਹੈਗੇ ਆ ਉਹ ਲੂਜ ਮੋਸ਼ਨ ਲੱਗ ਗਏ ਆ ਅਤੇ ਇਸ ਕਰਕੇ ਅਸੀਂ ਦਵਾ ਲੈਂਦੀਆਂ, ਇਹਨਾਂ ਨੂੰ ਆਰਾਮ ਨਹੀਂ ਆਇਆ ਕਿਸੇ ਤਰ੍ਹਾਂ। ਅਤੇ ਮੈਨੂੰ ਤਾਂ ਇਹ ਵੀ ਡਰ ਲੱਗਦਾ ਹੈਗਾ ਕਿ ਕਿਤੇ ਮੇਰਾ ਬੱਚਾ ਮੇਰੇ ਹੱਥੋਂ ਚਲਾ ਨਾ ਜਾਵੇ। ਜਦ ਇਹਨਾਂ ਦੀ ਮਾਤਾ ਜੀ ਨੇ ਜਿਹੜੀਆਂ ਸੀ ਨੇ ਇਹ ਗੱਲਾਂ ਉਸ ਬ੍ਰਾਹਮਣ ਪੰਡਤ ਦੇ ਨਾਲ ਕੀਤੀਆਂ ਸੀ ਤਾਂ ਫਿਰ ਉਸ ਪੰਡਤ ਨੇ ਕਿਹਾ ਸੀਗਾ ਕਿ ਕੋਈ ਗੱਲ ਨਹੀਂ, ਮੈਂ ਜੋਤਿਸ਼ ਵਿਦਿਆ ਦਾ ਬਹੁਤ ਵੱਡਾ ਮਹਾਨ ਪੰਡਤ ਹੈਗਾ, ਮੈਂ ਇਹਨਾਂ ਦੀ ਜਿਹੜੀ ਕਿਸਮਤ ਹੈਗੀ ਆ ਜਾਂ ਕੁੰਡਲੀ ਹੈਗੀ ਆ ਉਹ ਦੇਖ ਲੈਂਦਾ ਹੈਗਾ।
ਉਸ ਤੋਂ ਬਾਅਦ ਦੱਸਦੇ ਕਿ ਉਸੇ ਪੰਡਤ ਨੇ ਉਹਦੇ ਕੋਈ ਗ੍ਰੰਥ ਸੀ ਜਿਹਨੂੰ ਸਮੁੰਦਰ ਗ੍ਰੰਥ ਆਖਦੇ ਆ। ਉਹਦੇ ਵਿੱਚ ਜਦੋਂ ਹੈ ਨਾ ਬਾਬਾ ਜਵਾਲਾ ਸਿੰਘ ਦੀਆਂ ਹੱਥਾਂ ਦੀਆਂ ਰਖਾਵਾਂ ਅਤੇ ਪੈਰਾਂ ਦੀਆਂ ਅਤੇ ਹੋਰ ਸਾਰੇ ਚਿੰਨ੍ਹ ਚੱਕਰ ਜਾਤ ਉਸ ਗ੍ਰੰਥ ਨਾਲ ਮਿਲਾਏ ਸੀ। ਉਹ ਪੰਡਤ ਜਿਹੜਾ ਸੀ ਚੁੱਪ ਕਰ ਗਿਆ ਸੀ। ਜਦ ਚੁੱਪ ਕਰ ਗਿਆ ਤਾਂ ਮਾਤਾ ਜੀ ਘਬਰਾ ਗਏ, ਪਤਾ ਨਹੀਂ ਕੀ ਗੱਲ ਹੈ। ਪੰਡਤ ਨੂੰ ਪੁੱਛਿਆ, ਪੰਡਿਤ ਜੀ ਕੀ ਗੱਲ ਹੋਈ? ਉਹ ਪੰਡਿਤ ਕਹਿਣ ਲੱਗਾ ਵੀ ਇਹ ਜਿਹੜਾ ਵਾਲਕ ਵਾ ਨਾ, ਇਹ ਕੁਛ ਆਮ ਬਾਲਕ ਨਹੀਂ ਹੈਗਾ, ਬਹੁਤ ਵੱਡਾ ਇਹ ਮਹਾਂਪੁਰਖ ਹੋਊਗਾ ਜਾਂ ਕੋਈ ਚੱਕਰਵਰਤੀ ਰਾਜਾ ਹੋਊਗਾ। ਇਸ ਸੰਸਾਰ ਨੂੰ ਧਾਰੇਗਾ, ਵੱਡੇ ਵੱਡੇ ਰਾਜੇ ਮਹਾਰਾਜੇ ਇਹਦੇ ਦਰਸ਼ਨ ਨੂੰ ਤਰਸਣਗੇ। ਜਦ ਇਹ ਜਿਹੜਾ ਸੀਗਾ ਵਚਨ ਉਸ ਪੰਡਤ ਨੇ ਉਸ ਗ੍ਰੰਥ 'ਚੋਂ ਪੜ੍ਹ ਕੇ ਦਿੱਤਾ ਸੀਗਾ ਅਤੇ ਇਹਨਾਂ ਦੇ ਫਿਰ ਮਾਤਾ ਜੀ ਬੜੇ ਪ੍ਰਸੰਨ ਹੋਏ ਸੀ। ਉਹ ਖਾਸ ਕਰਕੇ ਇਹਨਾਂ ਦੀ ਭੈਣ ਬੀਬੀ ਜੈ ਕੌਰ ਜਿਹੜੇ ਸੀਗੇ ਉਹ ਤਾਂ ਅਤ ਪ੍ਰਸੰਨ ਹੋਏ ਸੀ। ਅਤੇ ਜਦੋਂ ਇਸ ਤਰ੍ਹਾਂ ਹੋਏ ਸੀ ਫਿਰ ਉਸ ਪੰਡਤ ਨੇ ਆਖਿਆ ਸੀਗਾ ਕਿ ਇਹ ਜਿਹੜਾ ਬੱਚਾ ਹੈ ਨਾ ਦੀਰਘ ਆਯੂ ਵਾਲਾ ਵੀ ਹੋਵੇਗਾ। ਜਦ ਇਹ ਦਿਲਾਸਾ ਉਸ ਪੰਡਤ ਨੇ ਦਿੱਤਾ ਸੀਗਾ ਅਤੇ ਇਹਨਾਂ ਦੀ ਮਾਤਾ ਜੀ ਦੇ ਮਨ ਦੇ ਵਿੱਚ ਵੀ ਜਿਹੜੀ ਸੀ ਇਹ ਗੱਲ ਸੁਣ ਕੇ ਪਹਿਲਾਂ ਤਾਂ ਬੜੀ ਪ੍ਰਸੰਨਤਾ ਹੋਈ ਅਤੇ ਮਾਤਾ ਜੀ ਨੇ ਉਸ ਟਾਈਮ 1 ਰੁਪਈਆ ਜਿਹੜਾ ਸੀ ਆਪਣੇ ਪੱਲਿਓਂ ਕੱਢ ਕੇ ਉਸ ਪੰਡਿਤ ਨੂੰ ਦਕਸ਼ਨਾ ਦੇ ਰੂਪ 'ਚ ਦਿੱਤਾ ਅਤੇ ਬਾਕੀ ਇਹ ਵੀ ਕਹਿ ਤਾ ਕਿ ਤੁਸੀਂ ਸਾਡੇ ਨਗਰ ਦੇ ਵਿੱਚ ਸਾਡੇ ਘਰ ਆਵੋ ਅਤੇ ਅਸੀਂ ਤੁਹਾਨੂੰ ਜਿੰਨੀ ਵੀ ਭੇਟਾ ਹੋਊਗੀ, ਹੋਰ ਕੱਪੜਾ ਬਸਤਰ, ਅਸੀਂ ਸਾਰਾ ਕੁਛ ਦੇਵਾਂਗੇ। ਸੋ ਪੰਡਤ ਜਿਹੜਾ ਸੀਗਾ ਉਹ ਮੁਸਕਰਾ ਪਿਆ, ਉਹ ਕੁਛ ਨਹੀਂ ਬੋਲਿਆ। ਅਤੇ ਉਸ ਤੋਂ ਬਾਅਦ ਜਦੋਂ ਮਾਤਾ ਜੀ ਜਾਣ ਲੱਗੇ, ਮਾਤਾ ਜੀ ਦੇ ਮਨ 'ਚ ਸ਼ੰਕਾ ਆਈ ਕਿ ਕਿਤੇ ਇਹ ਪੰਡਿਤ ਜਿਹੜਾ ਹੈਗਾ ਇਹ ਮੈਨੂੰ ਕੋਈ ਐਸਾ ਗਲਤ ਲਾਰਾ ਲਾ ਕੇ ਤਾਂ ਨਹੀਂ ਚਲੇ ਗਿਆ ਹੈਗਾ ਕਿ ਜਦ ਕਿ ਮੇਰਾ ਬੱਚਾ ਬੜਾ ਕਮਜ਼ੋਰ ਆ ਅਤੇ ਇਹਨੂੰ ਆਰਾਮ ਵੀ ਨਹੀਂ ਆ ਰਿਹਾ ਹੈਗਾ। ਪਰ ਜਦੋਂ ਇਸ ਤਰ੍ਹਾਂ ਦਾ ਜਿਹੜਾ ਵਿਚਾਰ ਸੀ ਮਾਤਾ ਜੀ ਦੇ ਮਨ 'ਚ ਆਇਆ, ਜਿਉਂ ਹੀ ਇਹਨਾਂ ਦੀ ਮਾਤਾ ਜੀ ਨੇ ਪਿੱਛੇ ਮੁੜ ਕੇ ਖੂਹ ਵੱਲ ਦੇਖਿਆ, ਜਦ ਕੀ ਦੇਖਿਆ ਉਹ ਖੂਹ ਖਾਲੀ ਸੀ, ਪੰਡਿਤ ਉੱਥੋਂ ਜਿਹੜਾ ਸੀ ਗਾਇਬ ਸੀਗਾ। ਜਦ ਇਹ ਦ੍ਰਿਸ਼ ਜਿਹੜਾ ਸੀਗਾ ਇਹਨਾਂ ਦੀ ਮਾਤਾ ਜੀ ਅਤੇ ਇਹਨਾਂ ਦੀ ਭੈਣ ਜੈ ਕੌਰ ਜੀ ਨੇ ਦੇਖਿਆ ਸੀਗਾ ਅਤੇ ਫਿਰ ਇਹ ਪਹਿਲਾ ਚਮਤਕਾਰ ਹੋਇਆ ਸੀ ਜਿਹੜਾ ਇਹਨਾਂ ਨੇ ਅੱਖੀਂ ਦੇਖਿਆ ਸੀ, ਜਿਨ੍ਹਾਂ ਨੂੰ ਦੇਖ ਕੇ ਇਹਨਾਂ ਦੇ ਮਨ 'ਚ ਧਰਵਾਸ ਬਹਿ ਗਈ ਸੀ ਕਿ ਵਾਕਿਆ ਹੀ ਉਹ ਜਿਹੜਾ ਪੰਡਿਤ ਸੀਗਾ ਕੋਈ ਰੱਬ ਰੂਪ ਧਾਰ ਕੇ ਆਇਆ ਸੀਗਾ, ਜਿਹੜਾ ਇੱਥੋਂ ਅਦ੍ਰਿਸ਼ ਹੋ ਗਿਆ ਹੈਗਾ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਦੀ ਜਿਹੜੀ ਸਿਹਤ ਸੀਗੀ ਉਹ ਦਿਨੋਂ ਦਿਨ ਸੁਧਰਨ ਲੱਗੀ ਅਤੇ ਇਹਨਾਂ ਦੀ ਭੈਣ ਬੀਬੀ ਜੈ ਕੌਰ ਜੀ ਦਾ ਪ੍ਰੇਮ ਤਾਂ ਮਹਾਂਪੁਰਖਾਂ ਦੇ ਨਾਲ ਫਿਰ ਬੇਬੇ ਨਾਨਕੀ ਵਰਗਾ ਹੀ ਹੋ ਗਿਆ ਸੀਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਮਹਾਂਪੁਰਖ ਬਾਬਾ ਜਵਾਲਾ ਸਿੰਘ ਜਿਹੜੇ ਸੀਗੇ ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਨਿਰੰਕਾਰ ਨੇ ਖੇਡ ਬਣਾ ਕੇ ਸੰਸਾਰ ਦੇ ਵਿੱਚ ਦੱਸਿਆ ਹੈਗਾ ਕਿ ਜਦ ਵੀ ਕੋਈ ਸ਼ੰਕਾ ਉਪਜਦਾ ਹੈ ਨਾ, ਉਹ ਸ਼ੰਕੇ ਦੇ ਇਲਾਜ ਦੇ ਵਾਸਤੇ ਜਿਹੜੇ ਮਹਾਂਪੁਰਖ ਹੈਗੇ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸ਼ੰਕਾ ਨਿਵਰਤ ਕਰਨ ਵਾਸਤੇ ਉਹ ਪਰਮੇਸ਼ਰ ਕੋਈ ਨਾ ਕੋਈ ਰੂਪ ਧਾਰ ਕੇ ਆ ਜਾਂਦਾ ਹੈਗਾ। ਇਸ ਤਰ੍ਹਾਂ ਮਹਾਂਪੁਰਖ ਜਿਹੜੇ ਸੀਗੇ ਜਦ ਥੋੜ੍ਹੇ ਜਿਹੇ ਜਵਾਨ ਹੋਏ ਆ, ਉਸ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਸੀਗੇ ਉਹ ਇਕਾਂਤ ਬੜੀ ਪਸੰਦ ਕਰਦੇ ਹੁੰਦੇ ਸੀ। ਕਿਤੇ ਕਿਤੇ ਚੌਂਕੜੀ ਲਾ ਕੇ ਬਹਿ ਜਾਣਾ ਜਾਂ ਚੌਂਕੜੀ ਲਾ ਕੇ ਬਹਿ ਜਾਣਾ, ਘਰ ਦਾ ਨਹੀਂ ਲੱਭਣਾ ਕਿ ਜਵਾਲਾ ਸਿੰਘ ਕਿੱਧਰ ਚਲਾ ਗਿਆ ਹੈਗਾ। ਜਦ ਦੇਖਣਾ ਕਿਸੇ ਇਕਾਂਤ ਜਾਂ ਕਿਸੇ ਛੱਪੜ ਦੇ ਵਿੱਚ ਜਾਂ ਕਿਸੇ ਝੇੜੇ ਦੇ ਵਿੱਚ ਬੈਠੇ ਹੋਣਾ, ਜਦ ਮਾਤਾ ਜੀ ਨੇ ਦੇਖਣਾ ਅਤੇ ਇਹਨੂੰ ਕਹਿਣਾ ਵੀ ਅਸੀਂ ਤੈਨੂੰ ਲੱਭ ਥੱਕ ਕੇ ਤੂੰ ਇੱਥੇ ਬੈਠਾ ਹੈਗਾ, ਅਤੇ ਬਾਬਾ ਜੀ ਨੇ ਹੱਸ ਪੈਣਾ। ਜਦ ਹੱਸ ਪੈਣਾ ਅਤੇ ਫਿਰ ਘਰਦਿਆਂ ਦੇ ਉੱਤੇ ਪੜਦਾ ਜਿਹਾ ਬਣ ਜਾਣਾ ਵੀ ਇਹ ਬੱਚਾ ਜਿਹੜਾ ਹੈ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਖੇਡਾਂ ਖੇਡਦਾ ਹੈਗਾ। ਇਸ ਤਰ੍ਹਾਂ ਕਰਦੇ ਕਰਦੇ ਫਿਰ ਬਾਬਾ ਜਵਾਲਾ ਸਿੰਘ ਜਿਹੜੇ ਸੀਗੇ, ਜਦੋਂ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਸਕੂਲ ਭੇਜਣ ਦਾ ਪ੍ਰੋਗਰਾਮ ਬਣਾਇਆ ਸੀ ਅਤੇ ਬਾਬਾ ਜਵਾਲਾ ਸਿੰਘ ਨੇ ਕਿਹਾ ਸੀਗਾ ਕਿ ਮੇਰੀ ਪੜ੍ਹਨ ਦੇ ਵਿੱਚ ਇੰਨੀ ਰੁਚੀ ਨਹੀਂ ਹੈ, ਜਦ ਕਿ ਇਹਦੇ ਜਿਹੜੇ ਵੱਡੇ ਭਰਾਤਾ ਸੀਗੇ ਸਕੂਲ ਪੜ੍ਹਨ ਲੱਗ ਪਏ ਸੀਗੇ। ਪਰ ਬਾਬਾ ਜਵਾਲਾ ਸਿੰਘ ਜਿਹੜੇ ਸੀਗੇ ਉਹਨਾਂ ਦੇ ਮਨ 'ਚ ਵਿਚਾਰੇ ਕਿ ਤੁਸੀਂ ਮੈਨੂੰ ਪੜ੍ਹਾਉਣਾ ਹੈ ਅਤੇ ਤੁਸੀਂ ਮੈਨੂੰ ਗੁਰਮੁਖੀ ਅੱਖਰ ਪੜ੍ਹਾਵੋ। ਇਸ ਕਰਕੇ ਜਿਹੜੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਸੀ ਉਹਨਾਂ ਦੇ ਪਾਸ ਫਿਰ ਬਾਬਾ ਜਵਾਲਾ ਸਿੰਘ ਉਹਨਾਂ ਦਾ ਪੜ੍ਹਨ ਦਾ ਇੰਤਜ਼ਾਮ ਇਹਨਾਂ ਦੇ ਪਿਤਾ ਜੀ ਨੇ ਕੀਤਾ ਸੀਗਾ। ਉੱਥੇ ਫਿਰ ਬਾਬਾ ਜਵਾਲਾ ਸਿੰਘ ਉਹਨਾਂ ਨੇ ਗੁਰਮੁਖੀ ਸਿੱਖੀ ਸੀ। ਸੋ ਗੁਰਮੁਖੀ ਅੱਖਰ ਸਿੱਖਣ ਤੋਂ ਬਾਅਦ ਫਿਰ ਗੁਰਬਾਣੀ ਦੇ ਬਹੁਤ ਸਾਰੇ ਜਿਹੜੇ ਸ਼ਬਦ ਹੈਗੇ ਉਹ ਬਾਬਾ ਜਵਾਲਾ ਸਿੰਘ ਨੇ ਸਿੱਖੇ ਸੀ ਅਤੇ ਕਈ ਬਾਣੀਆਂ ਇਸੇ ਹੀ ਗ੍ਰੰਥੀ ਸਿੰਘ ਤੋਂ ਸੁਣ ਕੇ ਪੜ੍ਹ ਕੇ ਫਿਰ ਜਵਾਨੀ ਯਾਦ ਕਰ ਲਈਆਂ ਸੀ ਮਹਾਂਪੁਰਖਾਂ ਨੇ। ਉਸ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਜਿਹੜੇ ਸੀਗੇ ਜਦ ਇਸ ਤਰ੍ਹਾਂ ਬਹੁਤ ਸਾਰੀ ਬਾਣੀ ਇਹਨਾਂ ਨੂੰ ਕੰਠ ਹੋ ਗਈ ਸੀ, ਇਹਨਾਂ ਦੀ ਜਿਹੜੀ ਲਗਨ ਸਿੱਖੀ ਪ੍ਰਤੀ ਬਹੁਤ ਜ਼ਿਆਦਾ ਉੱਚੀ ਹੋ ਗਈ। ਪਰ ਜਦੋਂ ਬਾਬਾ ਜਵਾਲਾ ਸਿੰਘ ਤਕਰੀਬਨ 18 ਸਾਲ ਦੀ ਆਯੂ ਵਿੱਚ ਪਹੁੰਚੇ ਆ ਅਤੇ ਇਹਨਾਂ ਦਾ ਸਰੀਰ ਦਾ ਕੱਦ ਫਿਰ ਵੱਧ ਕੇ 6.5 ਫੁੱਟ ਹੋਇਆ ਸੀ ਔਰ ਚਿਹਰਾ ਬੜਾ ਨਿਰਾਨੀ ਸੀ, ਬੜਾ ਭਖਦਾ ਸੀਗਾ। ਅਤੇ ਇਸ ਚਿਹਰੇ ਨਿਰਾਨੀ ਅਤੇ ਭਗਤੀ ਨੂੰ ਦੇਖ ਕੇ ਸਿਹਤ ਜਿਹੜੀ ਸੀਗੀ ਉਹ ਇੰਨੀ ਵਧੀਆ ਸੀਗੀ ਬਾਬਾ ਜਵਾਲਾ ਸਿੰਘ ਹੋਣਾ ਦੀ ਕਿ ਬਾਬਾ ਜਵਾਲਾ ਸਿੰਘ ਦੇ ਮਨ 'ਚ ਫੁਰਨ ਆਇਆ ਵੀ ਕੁਛ ਟਾਈਮ ਅਸੀਂ ਹੈ ਨਾ ਦੇਸ਼ ਦੀ ਸੇਵਾ ਕਰੀਏ। ਉਸ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਜਿਹੜੇ ਹਨ ਫੌਜ ਦੇ ਵਿੱਚ ਭਰਤੀ ਹੋਏ। ਜਦ ਫੌਜ 'ਚ ਭਰਤੀ ਹੋਏ, ਜਿਹੜਾ ਭਰਤੀ ਵਾਲਾ ਕਮਾਂਡਰ ਸੀਗਾ ਜਿਹਨੇ ਬਾਬਾ ਜਵਾਲਾ ਸਿੰਘ ਦਾ ਚਿਹਰਾ ਤੱਕਿਆ, ਉਹ ਦੇਖਦੇ ਸਾਰੀ ਬਾਬਾ ਜਵਾਲਾ ਸਿੰਘ ਨੂੰ ਬਿਨਾਂ ਕੋਈ ਕਾਰਨ ਪੁੱਛੇ ਸਿੱਧਾ ਉਹਨੇ ਭਰਤੀ ਕਰ ਲਿਆ ਸੀਗਾ ਕਿ ਉਹੋ ਜਿਹਾ ਜਵਾਨ ਜਿਹੜਾ ਹੈਗਾ ਉਹ ਸਾਨੂੰ ਬੜੇ ਹੀ ਯਤਨਾਂ ਤੋਂ ਬਾਅਦ ਪ੍ਰਾਪਤ ਹੁੰਦਾ ਹੈਗਾ। ਉਸ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਉਹਨਾਂ ਟਾਈਮਾਂ 'ਚ 34 ਨੰਬਰ ਸਿੱਖ ਰੈਜੀਮੈਂਟ 'ਚ ਭਰਤੀ ਹੋਏ ਸੀ ਅਤੇ ਭਰਤੀ ਕਰਨ ਤੋਂ ਬਾਅਦ ਸਿੱਧਾ ਇਹਨਾਂ ਨੂੰ ਰਾਵਲਪਿੰਡੀ ਛਾਉਣੀ ਜਿਹੜਾ ਸੀਗਾ ਭੇਜ ਦਿੱਤਾ ਗਿਆ, ਜਿਹੜੀ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਆ। ਇੱਥੇ ਫਿਰ ਸ਼ੁਰੂ ਦੇ ਵਿੱਚ ਬਾਬਾ ਜਵਾਲਾ ਸਿੰਘ ਹੁਣਾਂ ਨੇ ਰੰਗਰੂਟੀ ਕੀਤੀ ਸੀ। ਉਸ ਤੋਂ ਬਾਅਦ ਫਿਰ ਜਿਹੜੇ ਰਾਈਫਲਾਂ ਦੀ ਚਾਂਦਮਾਰੀ ਉਹ ਵੀ ਕੀਤੀ
ਤੇ ਜਦੋਂ ਵੀ ਜੀ ਇਹ ਰਾਈਫਲਾਂ ਦੀ ਚਾਂਦਮਾਰੀ ਸਮੇਂ ਬਾਬਾ ਜਵਾਲਾ ਸਿੰਘ ਹੁਣ ਜਦ ਨਿਸ਼ਾਨਾ ਲਾਉਂਦੇ ਹੁੰਦੇ ਸੀ, ਇਹ ਜਿਹੜਾ ਨਿਸ਼ਾਨਾ ਸੀਗਾ ਬਿਲਕੁਲ ਗਰਦਾਨੇ ਦੇ ਵਿੱਚ ਲੱਗਦਾ ਹੁੰਦਾ ਸੀਗਾ। ਤੇ ਇਸ ਕਰਕੇ ਬਾਬਾ ਜਵਾਲਾ ਸਿੰਘ ਜਿਹੜੇ ਸੀ ਉਹ ਤਕਰੀਬਨ ਆਪਣੇ ਜਿਹੜੇ ਫੌਜੀ ਜਵਾਨ ਸੀ ਉਹਨਾਂ ਦੇ ਨਾਲੋਂ ਅੱਵਲ ਦੇ ਵਿੱਚ ਨਿਸ਼ਾਨਚੀ ਮੰਨੇ ਜਾਂਦੇ ਸੀਗੇ। ਉਸ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਦਾ ਜਿਹੜਾ ਸਰੀਰ ਸੀਗਾ ਬੜਾ ਫਰਤੀਲਾ ਸੀ, ਬੜਾ ਚੁਸਤ ਸੀਗਾ। ਤੇ ਜਦੋਂ ਸਾਲ ਬਾਅਦ ਫੌਜ ਦੇ ਵਿੱਚ ਦੌੜਾਂ ਹੋਈਆਂ ਸੀ, ਇਸ ਦੌੜਾਂ ਦੇ ਵਿੱਚ ਬਾਬਾ ਜਵਾਲਾ ਸਿੰਘ ਹੁਣਾਂ ਨੇ ਹਿੱਸਾ ਲਿਆ ਸੀਗਾ। ਤੇ ਜਿਹਦੇ ਵਿੱਚ 100 ਗਜ, 120 ਗਜ, 240 ਗਜ ਤੇ 880 ਗਜ ਇਹ ਦੌੜਾਂ ਜਿਹੜੀਆਂ ਸੀ ਮੁਕਰਰ ਕੀਤੀਆਂ ਸੀ। ਸਾਰੀਆਂ ਦੌੜਾਂ ਵਿੱਚ ਬਾਬਾ ਜਵਾਲਾ ਸਿੰਘ ਨੇ ਹਿੱਸਾ ਲਿਆ। ਔਰ ਕਮਾਲ ਦੀ ਗੱਲ ਇਹ ਕਿ ਸਾਰਿਆਂ ਦੇ ਵਿੱਚੋਂ ਹੀ ਅੱਵਲ ਬਾਬਾ ਜਵਾਲਾ ਸਿੰਘ ਆਏ ਸੀਗੇ। ਤੇ ਇਸ ਕਰਕੇ ਅੱਵਲ ਹੋਣ ਕਰਕੇ ਇਹਨਾਂ ਨੂੰ ਖੇਡਾਂ ਦਾ ਰੁਸਤਮ ਵੀ ਜਿਹੜਾ ਕਿਹਾ ਜਾਣ ਲੱਗਾ ਸੀਗਾ। ਤੇ ਇਸ ਤਰ੍ਹਾਂ ਨਾ ਬਾਬਾ ਜਵਾਲਾ ਸਿੰਘ ਜਦ ਦੂਸਰੀ ਵਾਰ ਖੇਡਾਂ ਹੋਈਆਂ ਸੀ ਤੇ ਜਦ ਲੰਮੀ ਛਾਲ ਬਾਬਾ ਜਵਾਲਾ ਸਿੰਘ ਨੇ ਮਾਰੀ ਸੀ, ਤੇ ਇਸ ਲੰਮੀ ਛਾਲ ਦੇ ਵਿੱਚ ਬਾਬਾ ਜਵਾਲਾ ਸਿੰਘ ਜਿਹੜੇ ਸੀਗੇ ਉਹਨਾਂ ਨੇ ਪਿਛਲੇ ਸਾਰੇ ਜਿਹੜੇ ਫੌਜ ਦੇ ਜਵਾਨਾਂ ਦੇ ਰਿਕਾਰਡ ਸੀ ਲੰਮੀ ਛਾਲ ਵਾਲੇ ਸਾਰੇ ਤੋੜ ਦਿੱਤੇ ਸੀਗੇ। ਤੇ ਇਸ ਕਰਕੇ ਜਿਹੜੇ ਫੌਜੀ ਜਵਾਨ ਸੀ ਇਹਨਾਂ ਨੂੰ ਖੇਡਾਂ ਦਾ ਰੁਸਤਮ ਕਹਿ ਕੇ ਵੀ ਬੁਲਾਉਂਦੇ ਹੁੰਦੇ ਸੀਗੇ। ਇਸ ਤਰ੍ਹਾਂ ਨਾ ਬਾਬਾ ਜਵਾਲਾ ਸਿੰਘ ਫੌਜ ਦੇ ਵਿੱਚ ਰਹਿ ਕੇ ਦੇਸ਼ ਸੇਵਾ ਕਰਦੇ ਸੀ। 2.5 ਸਾਲ ਦੇ ਵਿੱਚ ਬਾਬਾ ਜਵਾਲਾ ਸਿੰਘ ਫੌਜ ਵਿੱਚ ਰਹਿ ਕੇ 2 ਵਾਰ ਛੁੱਟੀ ਆਏ ਆ। ਤੇ 2 ਵਾਰ ਛੁੱਟੀ ਆਉਣ ਤੋਂ ਬਾਅਦ ਜਿੰਨੀ ਵੀ ਜਿਹੜੀ ਤਨਖਾਹ ਸਰਕਾਰ ਵੱਲੋਂ ਮਿਲਦੀ ਸੀ, ਜਾਂ ਤਾਂ ਗਰੀਬ ਗੁਰਬਿਆਂ ਨੂੰ ਬਣ ਜਾਂਦੇ ਹੁੰਦੇ ਸੀ, ਤਾਂ ਜਿਹੜੀ ਬਾਕੀ ਬਚਦੀ ਹੁੰਦੀ ਸੀ ਉਹ ਜਾ ਕੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਉਹ ਲੰਗਰ ਦੇ ਵਿੱਚ ਸਾਰੀ ਜਿਹੜੀ ਸੀ ਉਹ ਭੇਟਾ ਕਰ ਦਿੰਦੇ ਹੁੰਦੇ ਸੀ। ਉਸ 'ਤੇ ਰਸਦਾਂ ਬਸਦਾਂ ਲਿਆ ਕੇ ਸੰਗਤ ਦੀ ਸੇਵਾ ਕਰਦੇ ਹੁੰਦੇ ਸੀ। ਇਸ ਤਰ੍ਹਾਂ ਕਰਦੇ ਕਰਦੇ ਫਿਰ ਇੱਕ ਵਾਰੀ ਜਦੋਂ ਬਾਬਾ ਜਵਾਲਾ ਸਿੰਘ ਹੋਣਾ ਦਾ ਜਿਉਂ ਕਹਿ ਲਓ ਕਿ ਨਿਰੰਕਾਰ ਨੇ ਉਹ ਸਮਾਂ ਲਿਆਂਦਾ ਜਦੋਂ ਬਾਬਾ ਜਵਾਲਾ ਸਿੰਘ ਹੁਣਾਂ ਗੁਰਦਿਕਸ਼ਾ ਦੇਣੀ ਸੀ, ਫਿਰ ਉਸ ਟਾਈਮ ਬਾਬਾ ਜਵਾਲਾ ਸਿੰਘ ਹੁਣਾਂ ਦਾ ਜਿਹੜਾ ਮਿਲਾਪ ਸੀਗਾ ਦਰਸ਼ਨ ਦੇ ਦਾਰੇ ਉਹ ਹੋਏ ਸੀ ਸੰਤ ਬਾਬਾ ਕਰਮ ਸਿੰਘ ਹੁਣਾਂ ਤੇ ਛੋਟੇ ਸੰਤ ਬਾਬਾ ਆਇਆ ਸਿੰਘ ਜੀ ਦੇ ਨਾਲ। ਜਦੋਂ ਫਿਰ ਬਾਬਾ ਆਇਆ ਸਿੰਘ ਹੁਣਾਂ ਦੀ ਸੰਗਤ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਪ੍ਰਾਪਤ ਹੋਈ ਸੀ, ਤਾਂ ਇਸ ਸੰਗਤ ਤੋਂ ਬਾਅਦ ਬਾਬਾ ਆਇਆ ਸਿੰਘ ਹੁਣਾਂ ਨੇ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਫਿਰ ਗੁਰੂ ਦਿਕਸ਼ਾ ਦਿੱਤੀ ਸੀ। ਤੇ ਇਸ ਗੁਰੂ ਦਿਕਸ਼ਾ ਦੇ ਵਿੱਚ ਜੋ ਵੀ ਜਿਹੜੇ ਗੁਰਮੰਤਰ ਬਾਬਾ ਆਇਆ ਸਿੰਘ ਹੁਣਾਂ ਨੇ ਬਾਬਾ ਜਵਾਲਾ ਸਿੰਘ ਹੁਣਾਂ ਦ੍ਰਿੜ ਕਰਾਏ ਸੀ, ਤੇ ਇਹਨਾਂ ਗੁਰਮੰਤਰਾਂ ਦੇ ਉੱਤੇ ਪਹਿਰਾ ਦੇਣ ਵਾਸਤੇ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਜਿਹੜਾ ਦਿਨ ਰਾਤ ਸੀਗਾ ਇੱਕ ਕਰ ਦਿੱਤਾ ਸੀਗਾ। ਸੋ ਇੱਥੋਂ ਹੀ ਫਿਰ ਜਿਹੜੀ ਹੈ ਨਾ ਗੁਰਸਿੱਖੀ ਦੀ ਗੁੜਤੀ ਸੀ ਬਾਬਾ ਜਵਾਲਾ ਸਿੰਘ ਹੁਣਾਂ ਦੀ ਆਪਣੇ ਜੀਵਨ ਦੇ ਵਿੱਚ ਇਹ ਪੂਰੀ ਤਰ੍ਹਾਂ ਸ਼ੁਰੂ ਹੋ ਗਈ ਸੀ। ਸੋ ਦੱਸ ਇੰਨੇ ਹੀ ਵਚਨ ਕਰਦਾ ਹੋਇਆ ਖਿਮਾ ਦਾ ਜਾਚਕੋ ਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।